ਹੈਲੋ, ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਆਪਾਂ ਪੰਜਾਬ ਪਟਵਾਰੀ ਵਿੱਚ ਜਿਹੜਾ ਹਿਸਟਰੀ ਦਾ ਉਹਦੇ ਵਿੱਚ ਆਪਣਾ ਇੱਕ ਸਿਲੇਬਸ ਹੈ, ਉਹਦੇ ਬਾਰੇ ਆਪਾਂ ਗੱਲ ਕਰਨ ਲੱਗੇ ਹਾਂ। ਅਤੇ 1857 ਈਸਵੀ ਦੇ ਵਿਦਰੋਹ, ਠੀਕ ਹੈ ਜੀ। ਇਹਦੇ ਬਾਰੇ ਮੈਂ ਤੁਹਾਨੂੰ ਅੱਜ ਸਾਰਾ ਕੁਝ ਦੱਸੂੰਗਾ। ਹਿਸਟਰੀ ਹੈ, ਇਹ ਹੈਗੀ ਆਪਣੀ ਮੋਡਰਨ ਹਿਸਟਰੀ। ਜਿਹੜਾ ਕੁਛ ਵੀ ਪੇਪਰ ਦੇ ਵਿੱਚ ਦੱਸੂੰਗਾ, ਇਹਦੇ ਵਿੱਚ ਜਿਹੜਾ ਵੀ ਸਿਲੇਬਸ ਦੇ ਵਿੱਚ ਦੱਸੂੰਗਾ ਉਹ ਪੱਕਾ ਯਾਦ ਕਰਨਾ, ਅਤੇ ਉਹੀ ਚੀਜ਼ ਦੱਸੂੰਗਾ ਜਿਹੜੀ ਇੰਪੋਰਟੈਂਟ ਹੈਗੀ ਹੈ, ਠੀਕ ਹੈ। ਜਿਹੜੀ ਚੀਜ਼ ਇੰਪੋਰਟੈਂਟ ਨਾ ਹੋਈ ਉਹ ਤੁਸੀਂ ਛੱਡ ਦਿਓ। ਦੇਖੋ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨ ਲੱਗੇ 1857 ਈਸਵੀ ਦੇ ਵਿਦਰੋਹ। 1857 ਈਸਵੀ ਦਾ ਵਿਦਰੋਹ ਸੀ ਜਿਹੜਾ, ਕਿਉਂ ਸ਼ੁਰੂ ਹੋਇਆ ਸੀ ਇਹ, ਠੀਕ ਹੈ ਜੀ। ਕਿਉਂ ਸ਼ੁਰੂ ਹੋਇਆ ਸੀ 1857 ਈਸਵੀ ਦਾ ਵਿਦਰੋਹ, ਇਹਦੇ ਬਾਰੇ ਗੱਲ ਕਰਨ ਲੱਗੇ ਹਾਂ। ਦੇਖੋ, 1857 ਈਸਵੀ ਦਾ ਵਿਦਰੋਹ ਬਸਤੀਵਾਦੀ ਨੀਤੀਆਂ ਅਤੇ ਬਰਤਾਨਵੀ ਸਰਕਾਰ ਦੇ ਮਾੜੇ ਵਿਵਹਾਰ ਕਰਕੇ ਸ਼ੁਰੂ ਹੋਇਆ। ਕਿਉਂਕਿ 1857 ਈਸਵੀ ਦਾ ਵਿਦਰੋਹ ਸੀ ਜਿਹੜੀਆਂ ਬਰਤਾਨਵੀ ਸਰਕਾਰਾਂ ਸੀ ਉਹ ਨਾ ਆਪਣੀਆਂ ਇੱਕ ਅਲੱਗ ਬੇਕਾਰ ਨੀਤੀਆਂ ਲੈ ਕੇ ਪਹੁੰਚ ਗਈਆਂ ਸੀ। ਆਰਥਿਕ ਸ਼ੋਸ਼ਣ, ਨਵੇਂ ਤਰੀਕੇ, ਪ੍ਰਸ਼ਾਸਨ ਨੇ ਭਰਤੀ ਰਾਜਾਂ, ਸਿਪਾਹੀ, ਵਪਾਰੀ, ਕਾਰੀਗਰ, ਪੰਡਤਾਂ ਅਤੇ ਮੌਲਵੀਆਂ ਨੂੰ ਬਹੁਤ ਹੀ ਇਹ ਅਲੱਗ-ਅਲੱਗ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ। ਇਹਨਾਂ ਦੇ ਮਨ ਵਿੱਚ ਭਰਿਆ ਹੋਇਆ ਗੁੱਸਾ ਇੱਕ ਵਿਦਰੋਹ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ, ਜਿਸ ਕਰਕੇ ਅੰਗਰੇਜ਼ਾਂ ਦੀ ਜੜ੍ਹ ਤੋਂ ਹਿਲਾ ਦਿੱਤਾ। ਦੇਖੋ, ਜਿਹੜਾ ਇਹ ਨੀਤੀ ਇਹ ਹੈ, ਇਹਦੇ ਵਿੱਚ ਤੁਹਾਨੂੰ ਕੁਛ ਵੀ ਯਾਦ ਕਰਨ ਦੀ ਲੋੜ ਨਹੀਂ ਹੈਗੀ। ਸਿਰਫ ਬਸ ਇੰਨਾ ਯਾਦ ਕਰ ਲਓ ਕਿ ਅੰਗਰੇਜ਼ਾਂ ਦੀਆਂ ਮਾੜੀਆਂ ਨੀਤੀਆਂ ਜਿਹੜੀਆਂ ਲੈ ਕੇ ਆਏ ਸੀ, ਉਹਨਾਂ ਕਰਕੇ 1857 ਈਸਵੀ ਦਾ ਵਿਦਰੋਹ ਸ਼ੁਰੂ ਹੋਇਆ, ਠੀਕ ਹੈ ਜੀ। ਇਸ ਤੋਂ ਬਾਅਦ 1857 ਈਸਵੀ ਦੇ ਵਿਦਰੋਹ ਦੇ ਕਾਰਨ ਕੀ ਸੀ? 1857 ਈਸਵੀ ਦੇ ਵਿਦਰੋਹ ਦੇ ਕਾਰਨ ਸੀ, ਨੰਬਰ 1, ਈਸਟ ਇੰਡੀਆ ਕੰਪਨੀ ਦੀਆਂ ਉਪਨਿਵੇਸ਼ੀ ਨੀਤੀਆਂ ਨੇ ਭਾਰਤ ਦੇ ਰਵਾਇਤੀ ਆਰਥਿਕ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ, ਠੀਕ ਹੈ ਜੀ। ਇਹ ਚੀਜ਼ ਵੀ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੀ ਯਾਦ ਕਰਨ ਵਾਸਤੇ। ਇਸ ਤੋਂ ਬਾਅਦ ਕਿਸਾਨ ਆਪਣੇ ਉੱਪਰ ਲੱਗੇ ਕਰਾਂ ਤੋਂ ਕਦੇ ਵੀ ਬਾਹਰ ਨਾ ਨਿਕਲ ਸਕੇ, ਇਸ ਕਰਕੇ ਉਹਨਾਂ ਨੂੰ ਆੜ੍ਹਤੀਆਂ ਅਤੇ ਸ਼ਾਹੂਕਾਰਾਂ ਤੋਂ ਬਹੁਤ ਮਹਿੰਗੇ ਦਰ 'ਤੇ ਕਰਜ਼ਾ ਚੁੱਕਣਾ ਪਿਆ। ਜੇਕਰ ਕਿਸਾਨ ਕਰਜ਼ਾ ਦੇਣ ਤੋਂ ਅਸਮਰਥ ਹੋ ਜਾਂਦੇ ਤਾਂ ਆੜ੍ਹਤੀ ਅਤੇ ਸ਼ਾਹੂਕਾਰ ਉਹਨਾਂ ਦੀਆਂ ਜ਼ਮੀਨਾਂ ਉੱਪਰ ਆਪਣਾ ਕਬਜ਼ਾ ਕਰ ਲੈਂਦੇ ਸਨ। ਇੱਕ ਨਵੇਂ ਜ਼ਿਮੀਂਦਾਰ ਦੇ ਰੂਪ ਵਿੱਚ ਉੱਭਰ ਕੇ ਆਉਂਦੇ ਸਨ। ਇਹ ਕਰਜ਼ਾ ਅੱਜ ਵੀ ਗਰੀਬ ਕਿਸਾਨਾਂ ਨੂੰ ਤੰਗ ਕਰ ਰਿਹਾ ਹੈ। ਨੰਬਰ 3, ਅੰਗਰੇਜ਼ ਸਰਕਾਰ ਨੇ ਕਾਰੀਗਰਾਂ ਦੇ ਹੱਥ ਕਰਜ਼ਿਆਂ ਲਈ ਮਾੜੇ ਰੂਪ ਵਿੱਚ ਸਾਹਮਣੇ ਆਏ। ਅੰਗਰੇਜ਼ੀ ਨੀਤੀਆਂ ਨੇ ਭਾਰਤੀ ਹੱਥਾਂ ਨਾਲ ਬਣੇ ਹੋਏ ਸਮਾਨ ਨੂੰ ਉਤਸ਼ਾਹਿਤ ਨਾ ਕੀਤਾ ਅਤੇ ਮਸ਼ੀਨਾਂ ਦੁਆਰਾ ਬਣੇ ਹੋਏ ਸਮਾਨ ਨੂੰ ਭਾਰਤ ਵਿੱਚ ਲੈ ਕੇ ਆਂਦਾ। ਤਜਰਬੇਕਾਰ ਕਾਰੀਗਰਾਂ ਨੂੰ ਮਜਬੂਰਨ ਹੋਰ ਨੌਕਰੀਆਂ ਲੱਭਣ ਜਾਣਾ ਪਿਆ। ਕਾਰਲ ਮਾਰਕਸ ਨੇ 1853 ਦੇ ਵਿੱਚ ਇਹ ਕਿਹਾ, ਅੰਗਰੇਜ਼ ਘੁਸਪੈਠੀਆਂ ਨੇ ਭਾਰਤੀ ਕਾਰੀਗਰਾਂ 'ਤੇ ਹੱਥ ਕਰਜ਼ਾ ਅਤੇ ਭਾਰਤੀ ਚਰਖੇ ਨੂੰ ਖਤਮ ਕਰ ਦਿੱਤਾ। ਦੇਖੋ ਜੀ, ਇਹ ਸਿਰਫ ਜਿਹੜੀਆਂ ਗੱਲਾਂ ਹੈਗੀਆਂ, ਇਹ ਸਿਰਫ ਇਹਨਾਂ ਦੇ ਕੀ ਹੈਗੇ, ਇੱਕ ਜਿਵੇਂ ਆਹ ਪੁਆਇੰਟ ਹੋ ਗਿਆ, ਇਹ ਪੁਆਇੰਟ ਹੋ ਗਿਆ, ਇਹ ਸਿਰਫ ਹਜੇ ਦੱਸਿਆ ਗਿਆ ਕਿ ਇਹਨਾਂ ਦੀ ਕਿਹੜੀਆਂ ਨੀਤੀਆਂ ਸੀ, ਠੀਕ ਹੈ ਨਾ ਬੱਚਾ। ਅਤੇ ਜ਼ਿਮੀਂਦਾਰਾਂ ਅਤੇ ਰਵਾਇਤੀ ਅਮੀਰਾਂ ਦੀਆਂ ਜ਼ਮੀਨਾਂ ਦੀ ਜ਼ਬਤ ਹੋਣ ਲੱਗੀਆਂ, ਜਿਸ ਕਰਕੇ ਉਹਨਾਂ ਦਾ ਦਰਜਾ ਵੀ ਸਮਾਜ ਵਿੱਚ ਨੀਵਾਂ ਹੋਣ ਲੱਗਿਆ। ਅਵਧ ਵਿੱਚ ਤਾਲੁਕਾਰਾਂ ਦੀਆਂ ਜ਼ਮੀਨਾਂ ਦੀ ਜਾਇਦਾਦਾਂ ਅੰਗਰੇਜ਼ਾਂ ਸਰਕਾਰ ਵੱਲੋਂ ਜ਼ਬਤ ਕਰ ਲਈਆਂ, ਜਿਸ ਕਾਰਨ ਤਾਲੁਕਦਾਰ ਮੰਗਣ ਲਈ ਮਜਬੂਰ ਹੋ ਗਏ। ਤਾਲੁਕਦਾਰਾਂ ਨੂੰ 1853 ਈਸਵੀ ਦਾ ਅੰਗਰੇਜ਼ਾਂ ਦੇ ਖਿਲਾਫ ਇਹ ਇੱਕ ਬਹੁਤ ਵਧੀਆ ਮੌਕਾ ਮਿਲਿਆ ਅਤੇ ਉਹਨਾਂ ਨੂੰ ਲੱਗਿਆ ਕਿ ਇਸ ਨਾਲ ਉਹਨਾਂ ਦੀਆਂ ਗਈਆਂ ਹੋਈਆਂ ਜ਼ਮੀਨਾਂ ਵਾਪਸ ਆ ਸਕਦੀਆਂ ਹਨ। ਭਾਰੀ ਉਦਯੋਗ ਦੀ ਬਰਬਾਦੀ ਕਰਕੇ ਖੇਤੀਬਾੜੀ ਦੇ ਬੋਝ ਪੈ ਗਿਆ ਅਤੇ ਖੇਤੀਬਾੜੀ ਦਾ ਵਿਕਾਸ ਨਾ ਹੋਣ ਕਰਕੇ ਸਾਰਾ ਆਰਥਿਕ ਢਾਂਚਾ ਹਿੱਲ ਗਿਆ ਅਤੇ ਕਿਸਾਨ ਕਰਜ਼ੇ ਹੇਠ ਆ ਗਿਆ ਅਤੇ ਪਿੰਡਾਂ ਵਿੱਚ ਕਾਰੀਗਰ ਖਤਮ ਹੋ ਗਏ ਅਤੇ ਭਾਰਤੀ ਵਸਤੂਆਂ ਦੀ ਜ਼ਰੂਰਤ ਮਹਿਸੂਸ ਨਾ ਹੋਣ ਲੱਗੀ। ਦੇਖੋ ਜੀ, ਹੁਣ ਤੱਕ ਜਿਹੜਾ ਕੁਝ ਪੜ੍ਹ ਕੇ ਗਿਆ, ਇਹ ਸਿਰਫ ਇੱਕ ਕੀ ਸੀ, ਕਾਰਨ ਸੀ। ਇਸ ਕਾਰਨ ਕਰਕੇ 1857 ਈਸਵੀ ਦਾ ਵਿਦਰੋਹ ਹੈ ਜਿਹੜਾ ਉਹ ਸ਼ੁਰੂ ਹੋਇਆ ਹੈਗਾ, ਠੀਕ ਹੈ। ਇਹਦੇ ਵਿੱਚ ਹਜੇ ਤੁਹਾਨੂੰ ਕੁਛ ਵੀ ਗੱਲ ਯਾਦ ਕਰਨ ਦੀ ਲੋੜ ਨਹੀਂ। ਜਿਹੜੀ ਯਾਦ ਕਰਨ ਦੀ ਲੋੜ ਹੋਊਗੀ ਉੱਥੇ ਮੈਂ ਤੁਹਾਨੂੰ ਆਪ ਹੀ ਦੱਸ ਦੂੰ। ਦੇਖੋ, 1857 ਈਸਵੀ ਵਿਦਰੋਹ ਦੇ ਇੱਕ ਰਾਜਨੀਤਿਕ ਕਾਰਨ ਵੀ ਸੀ। ਰਾਜਨੀਤਿਕ ਕਾਰਨ ਇਹ ਸੀ ਕਿ ਈਸਟ ਇੰਡੀਆ ਕੰਪਨੀ ਨੇ ਆਪਣੇ ਸਵਾਰਥ ਕਰਕੇ ਭਾਰਤੀ ਰਾਜਾਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਕਰਕੇ ਕਾਫੀ ਵਾਅਦੇ ਇਹਨਾਂ ਨੇ ਤੋੜ ਦਿੱਤੇ। ਕਾਫੀ ਵਾਅਦੇ ਤੋੜਨ ਕਰਕੇ ਇਹਨਾਂ ਰਾਜਾਂ ਦੇ ਮਨ ਵਿੱਚ ਅੰਗਰੇਜ਼ਾਂ ਸਰਕਾਰ ਪ੍ਰਤੀ ਸ਼ੱਕ ਪੈਦਾ ਹੋ ਗਿਆ। ਅੰਗਰੇਜ਼ ਸਰਕਾਰ ਨੇ ਕਾਫੀ ਸਾਰੀਆਂ ਨੀਤੀਆਂ ਰਾਜਾਂ ਅਤੇ ਰਾਜਾਂ ਦੇ ਖਿਲਾਫ ਲੈ ਕੇ ਆਂਦੀਆਂ। ਉਸ ਸਮੇਂ ਰਾਜਾਂ ਵਿੱਚ ਕਾਫੀ ਟਕਰਾਅ ਰਹਿੰਦਾ ਸੀ। ਇੱਕ ਰਾਜ ਨੂੰ ਦੂਜੇ ਰਾਜ ਤੋਂ ਸੁਰੱਖਿਆ ਦੇਣ ਦੇ ਬਹਾਨੇ ਇੱਕ ਰਾਜ ਵਿੱਚ ਅੰਗਰੇਜ਼ ਸਰਕਾਰ ਆਪਣੀ ਫੌਜ ਤਾਇਨਾਤ ਕਰ ਲੈਂਦੀ ਸੀ, ਜਿਹਨੂੰ ਕਿ ਸਬਸਿਡੀ ਅਲਾਇੰਸ। ਇਸ ਸੁਰੱਖਿਆ ਦੇ ਬਦਲੇ ਸੰਬੰਧਿਤ ਰਾਜ ਅੰਗਰੇਜ਼ ਸਰਕਾਰ ਨੂੰ ਕਾਫੀ ਪੈਸੇ ਦਿੰਦਾ ਸੀ। ਦੇਖੋ, ਇਹਨਾਂ ਨੇ ਕੀ ਕਰਿਆ ਹੋਇਆ ਸੀ। ਦੇਖੋ, ਇੱਕ ਰਾਜ ਤਾਂ ਹੋ ਗਿਆ, ਇੱਕ ਰਾਜ ਆ ਹੋ ਗਿਆ, ਠੀਕ ਹੈ ਜੀ। ਇਹ ਦੋਨੇ ਰਾਜ ਸੀ। ਇਹਨਾਂ ਦੇ ਵਿੱਚ ਇਹਨਾਂ ਨੇ ਇਹ ਕਰ ਰੱਖਿਆ ਸੀ ਕਿ ਦੋਨਾਂ ਨੂੰ ਤੁਹਾਨੂੰ ਇੱਕ ਦੂਜੇ ਤੋਂ ਕੀ ਹੈਗਾ, ਖਤਰਾ ਹੈਗਾ। ਅਤੇ ਇਹ ਖਾਤਰ ਕਿ ਅਸੀਂ ਤੁਹਾਨੂੰ ਇੱਕ ਦੂਜੇ ਤੋਂ ਬਚਾਵਾਂਗੇ, ਇਹਦੇ ਵਾਸਤੇ ਅਸੀਂ ਵਿਚਾਲੇ ਤੁਹਾਡੇ ਇੱਕ ਕੰਧ ਦਾ ਕੰਮ ਕਰਦੇ ਹਾਂ, ਜਿਸ ਕਰਕੇ ਤੁਸੀਂ ਸਾਨੂੰ ਕੀ ਦਿਓ, ਪੈਸੇ ਦਿਓ, ਠੀਕ ਹੈ ਜੀ। ਇਹਨਾਂ ਦੋਨਾਂ ਪਾਸਿਓਂ ਇਹ ਪੈਸੇ ਲੈ ਲੈਂਦੇ ਸੀ ਅਤੇ ਇਹਨਾਂ ਨੂੰ ਕਹਿ ਦਿੰਦੇ ਸੀ ਕਿ ਅਸੀਂ ਇੱਕ ਤਰ੍ਹਾਂ ਨਾਲ ਤੁਹਾਡੀ ਹਿਫਾਜ਼ਤ ਕਰਦੇ ਹਾਂ। ਮਤਲਬ ਦੋ ਰਾਜਾਂ ਦੇ ਵਿੱਚ ਆਪਸ ਦੇ ਵਿੱਚ ਮਤਭੇਦ ਬਣਾ ਕੇ ਇਹ, ਠੀਕ ਹੈ ਜੀ, ਅਤੇ ਮਤਭੇਦ ਬਣਾ ਕੇ ਇਹ ਪੈਸੇ ਲੈ ਲੈਂਦੇ ਸੀ, ਜਿਹਨੂੰ ਕਿ ਸਬਸਿਡੀ ਅਲਾਇੰਸ ਕਿਹਾ ਜਾਂਦਾ ਹੈਗਾ, ਠੀਕ ਹੈ। ਆਹ ਸਬਸਿਡੀ ਅਲਾਇੰਸ ਇਹ ਜ਼ਿਆਦਾ ਇੰਪੋਰਟੈਂਟ ਪਾਰਟ ਹੈ ਇਹਦਾ। ਨੰਬਰ 2, ਅੰਗਰੇਜ਼ ਸਰਕਾਰ ਨੇ ਇੱਕ ਨੀਤੀ ਰਾਹੀਂ ਹਿੰਦੂ ਰਾਜਿਆਂ ਦੇ ਬੱਚਿਆਂ ਨੂੰ ਰਾਜਗੱਦੀ 'ਤੇ ਬੈਠਣ ਨੂੰ ਮਨਾਹੀ ਕਰ ਦਿੱਤੀ, ਜਿਹਨੂੰ ਕਹਿੰਦੇ ਹੁੰਦੇ ਡਾਕਟਰਾਈਨ ਆਫ ਲੈਪਸ,
ਠੀਕ ਹੈ। ਦੂਸਰੀ ਨੀਤੀ ਪ੍ਰਸ਼ਨ ਪੁੱਛ ਸਕਦੇ ਆ ਕਿ ਡਾਕਟਾਈਨ ਆਫ ਲੈਪਸ ਦੀ ਨੀਤੀ ਕੀ ਸੀ ਅਤੇ ਸਬਸਿਡੀ ਅਲਾਇੰਸ ਕੀ ਸੀ। ਸਬਸਿਡੀ ਅਲਾਇੰਸ ਤਾਂ ਇਹ ਸੀ ਕਿ ਦੋ ਰਾਜਾਂ ਦੇ ਵਿੱਚ ਜਦੋਂ ਕਿਸੇ ਦੇ ਵਿੱਚ ਲੜਾਈ ਹੋਊਗੀ ਉਹਨਾਂ ਦੇ ਵਿੱਚ ਸਮਝਾਉਣ ਦਾ ਕਿ ਅਸੀਂ ਤੁਹਾਡੇ ਵਿੱਚ ਸਮਝੌਤਾ ਕਰਾਵਾਂਗੇ, ਤੁਹਾਨੂੰ ਆਪਸ ਦੇ ਵਿੱਚ ਕਿਸੇ ਤੋਂ ਇੱਕ ਦੂਜੇ ਨੂੰ ਖਤਰਾ ਨਹੀਂ ਹੋਊਗਾ, ਉਹਦੇ ਬਾਅਦ ਤੁਸੀਂ ਸਾਨੂੰ ਟੈਕਸ ਦਿਓ। ਦੋਨੇ ਪਾਸਿਆਂ ਤੋਂ ਇਹ ਟੈਕਸ ਲੈ ਲੈਂਦੇ ਸੀ, ਇੱਧਰੋਂ ਵੀ ਟੈਕਸ ਲੈ ਲੈਂਦੇ ਸੀ, ਇੱਧਰੋਂ ਵੀ ਟੈਕਸ ਲੈ ਲੈਂਦੇ ਸੀ। ਦੂਸਰੀ ਗੱਲ ਜਿਹੜੀ ਆਈ ਹੈ ਉਹ ਹੈਗੀ ਹੈ ਕਿ ਡਾਕਟਾਈਨ ਆਫ ਲੈਪਸ। ਡਾਕਟਾਈਨ ਆਫ ਲੈਪਸ ਦਾ ਮਤਲਬ ਕੀ ਸੀ ਕਿ ਜਿਹੜੇ ਹਿੰਦੂ ਰਾਜੇ ਦੇ ਬੱਚਿਆਂ ਨੂੰ ਰਾਜਗੱਦੀ 'ਤੇ ਬੈਠਣ ਨੂੰ ਮਨਾਹੀ ਕਰਤੀ ਸੀ। ਠੀਕ ਹੈ ਜੀ। ਤੀਸਰਾ ਪੁਆਇੰਟ ਹੈਗਾ ਸੰਨ 1857 ਵਿੱਚ ਫਰੁਖਦੀਨ ਦੀ ਮੌਤ ਤੋਂ ਬਾਅਦ ਲਾਰਡ ਡਰਹੋ ਜੀ ਨੇ ਉਸਦੇ ਬੇਟੇ ਨੂੰ ਗੱਦੀ ਉੱਪਰ ਬਹੁਤ ਔਖੇ ਢੰਗ ਨਾਲ ਬੈਠਣ ਦਿੱਤਾ ਅਤੇ ਕਾਫੀ ਸਾਰੀਆਂ ਸ਼ਰਤਾਂ ਲਾਈਆਂ ਸਨ। ਲਾਰਡ ਕੈਨਿੰਗ ਨੇ ਐਲਾਨ ਕੀਤਾ ਕਿ ਅਗਲਾ ਰਾਜਾ ਆਪਣੇ ਸਾਰੇ ਮਹਿਲ ਅਤੇ ਆਪਣੀਆਂ ਉਪਾਧੀਆਂ ਨੂੰ ਛੱਡ ਦੇਵੇਗਾ। ਦੇਖੋ ਜੀ, ਜਦੋਂ 1857 ਦੇ ਵਿੱਚ ਆਪਣੇ ਫਰੁਖਦੀਨ ਦੀ ਜਦੋਂ ਮੌਤ ਹੋ ਗਈ, ਠੀਕ ਹੈ, ਉਸ ਤੋਂ ਬਾਅਦ ਉਹਦੇ ਬੇਟੇ ਨੂੰ ਬਹੁਤ ਔਖੇ ਢੰਗ ਨਾਲ ਲਾਰਡ ਕੈਨਿੰਗ ਨੇ ਬੈਠਣ ਲਈ ਮਜਬੂਰ ਕੀਤਾ ਕਿ ਤੂੰ ਤਾਂ ਭਾਈ ਬਹਿ ਜਾ, ਇਦੋਂ ਅਗਲਾ ਹੋਰ ਅਸੀਂ ਕਿਸੇ ਨੂੰ ਨਹੀਂ ਬੈਠਣ ਦੇਣਾ, ਅਸੀਂ ਆਪਣੀ ਮਰਜ਼ੀ ਦੇ ਨਾਲ ਕਿਸੇ ਨੂੰ ਗੱਦੀ ਦੇਣੀ ਹੋਈ ਦੇਵਾਂਗੇ, ਨਹੀਂ ਦੇਣੀ ਹੋਈ ਸੀ ਨਾ ਦੇਵਾਂਗੇ। ਠੀਕ ਹੈ ਜੀ। ਇਹ ਤੋਂ ਬਾਅਦ 1857 ਦੇ ਪ੍ਰਸ਼ਾਸਨਿਕ ਕਾਰਨ ਕੀ ਸੀ। ਅੰਗਰੇਜ਼ ਪ੍ਰਸ਼ਾਸਨ ਉਸ ਸਮੇਂ ਕਾਫੀ ਜ਼ਿਆਦਾ ਰਿਸ਼ਵਤਖੋਰ ਹੋ ਚੁੱਕਿਆ ਸੀ। ਪੁਲਿਸ, ਛੋਟੇ ਮੁਲਾਜ਼ਮ ਅਤੇ ਅਦਾਲਤਾਂ ਵਿੱਚ ਕਾਨੂੰਨ ਅਫਸਰ ਕਾਫੀ ਰਿਸ਼ਵਤ ਲੈਂਦੇ ਸਨ, ਜਿਸ ਕਰਕੇ ਭਾਰਤ ਦੀ ਨਜ਼ਰਾਂ ਵਿੱਚ ਸ਼ੱਕ ਦੇ ਕੇਂਦਰ ਬਣ ਗਏ। 1857 ਵਿੱਚ ਵਿਦਰੋਹ ਦੇ ਸਮਾਜਿਕ ਅਤੇ ਧਾਰਮਿਕ ਕਾਰਨ ਕੀ ਸੀ। ਨੰਬਰ 1 ਆਹ ਇੰਪੋਰਟੈਂਟ ਪੁਆਇੰਟ ਹੈ ਕਿ ਅੰਗਰੇਜ਼ ਆਪਣੇ ਆਪ ਨੂੰ ਉੱਚੀ ਜਾਤੀ ਅਤੇ ਉੱਚੀ ਨਸਲ ਦੇ ਸਮਝਦੇ ਸਨ ਅਤੇ ਅੰਗਰੇਜ਼ਾਂ ਦਾ ਭਾਰਤੀਆਂ ਪ੍ਰਤੀ ਰਵੱਈਆ ਬਹੁਤ ਮਾੜਾ ਸੀ। ਠੀਕ ਹੈ ਜੀ। ਇਹ ਪੁਆਇੰਟ ਯਾਦ ਕਰਨ ਦੀ ਲੋੜ ਹੈ। ਈਸਾਈ ਮਿਸ਼ਨਰੀ ਭਾਰਤ ਵਿੱਚ ਧਰਮ ਪਰਿਵਰਤਨ ਕਰਵਾਉਣਾ ਚਾਹੁੰਦੇ ਸਨ ਅਤੇ ਭਾਰਤੀ ਲੋਕ ਉਹਨਾਂ ਨੂੰ ਚੰਗਾ ਨਹੀਂ ਸਮਝਦੇ ਸਨ। ਧਰਮ ਪਰਿਵਰਤਨ ਦਾ ਕਾਰਨ ਕੀ ਸੀ ਕਿ ਮਿਸ਼ਨਰੀਆਂ ਦੀਆਂ ਇੱਕ ਅਲੱਗ ਉਹਨਾਂ ਨੇ ਇੱਥੇ ਕਾਲਜ ਸਥਾਪਿਤ ਕਰਤੇ, ਜਿਹਦੇ ਕਰਕੇ ਕਿਹਾ ਗਿਆ ਕਿ ਵੱਧ ਤੋਂ ਵੱਧ ਇਹ ਧਰਮ ਨੂੰ ਤੁਸੀਂ ਅਪਣਾਓ ਕਿ ਤੁਹਾਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ। ਇੱਕ ਤਰ੍ਹਾਂ ਲਾਲਚ ਦਿੱਤਾ ਗਿਆ, ਪਰ ਲੋਕਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਆਈਆਂ, ਕਿਉਂਕਿ ਜਦੋਂ ਕੋਈ ਦੂਸਰੇ ਧਰਮ ਕਿਸੇ ਹੋਰ ਧਰਮ ਦੇ ਵਿੱਚ ਦਖਲਅੰਦਾਜ਼ੀ ਕਰਦਾ ਤਾਂ ਉਦੋਂ ਕੌਮਾਂ ਸ਼ੁਰੂ ਤੋਂ ਲੜਦੀਆਂ ਆਈਆਂ। ਇਹ ਤੋਂ ਬਾਅਦ ਤੀਸਰਾ ਪੁਆਇੰਟ ਸਮਾਜਿਕ ਅਤੇ ਧਾਰਮਿਕ ਲਹਿਰਾਂ ਨੂੰ ਭਾਰਤੀਆਂ ਵੱਲੋਂ ਭਾਰਤੀ ਸਮਾਜ ਅਤੇ ਦਖਲਅੰਦਾਜ਼ੀ ਮੰਨਿਆ ਜਾਂਦਾ ਸੀ, ਜਿਵੇਂ ਕਿ ਸਤੀ ਪ੍ਰਥਾ ਨੂੰ ਖਤਮ ਕਰਨਾ, ਵਿਧਵਾ ਵਿਆਹ, ਲੜਕੀਆਂ ਦੀ ਸਿੱਖਿਆ ਬਾਰੇ ਨੀਤੀਆਂ ਲੈ ਕੇ ਆਉਣਾ। ਤੀਸਰਾ ਕਾਰਨ ਸਭ ਤੋਂ ਵੱਡਾ ਇਹ ਸੀ ਕਿ ਧਾਰਮਿਕ ਲਹਿਰਾਂ ਸੀ ਜਿਹੜੀਆਂ ਆਪਣੇ ਭਾਰਤ ਦੀਆਂ, ਉਹਨਾਂ ਨੂੰ ਆਪਣੇ ਧਰਮ ਦੇ ਵਿੱਚ ਦਖਲਅੰਦਾਜ਼ੀ ਪਸੰਦ ਨਹੀਂ ਸੀ। ਜਿਵੇਂ ਸਤੀ ਪ੍ਰਥਾ ਦਾ ਮਤਲਬ ਇਹ ਹੁੰਦਾ ਸੀ ਕਿ ਜੇ ਕਿਸੇ ਔਰਤ ਦਾ ਘਰ ਵਾਲੇ ਦੀ ਡੈਥ ਹੋ ਜਾਂਦੀ ਸੀ ਤਾਂ ਉਸ ਔਰਤ ਨੂੰ ਉਸੇ ਹੀ ਅੱਗ ਦੇ ਵਿੱਚ ਜਿਉਂਦੀ ਨੂੰ ਮਚਾ ਦਿੱਤਾ ਜਾਂਦਾ ਸੀ। ਉਸ ਤੋਂ ਬਾਅਦ ਵਿਧਵਾ ਵਿਆਹ ਵੀ ਲਾਗੂ ਕਰਤਾ ਸੀ। ਇਸ ਨੂੰ ਅੱਗੇ ਪੜ੍ਹਾਂਗੇ ਆਪਾਂ ਡਿਟੇਲ ਦੇ ਵਿੱਚ, ਕਿਹਨੇ ਲਾਗੂ ਕੀਤਾ ਸੀ, ਕਦੋਂ ਲਾਗੂ ਕੀਤਾ ਸੀ। ਠੀਕ ਹੈ। ਲੜਕਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ, ਆਉਣ ਜਾਣ ਵਾਸਤੇ ਪਾਬੰਦੀ ਘਟਾਤੀ ਸੀ। ਮਤਲਬ ਕੰਮ ਤਾਂ ਇਹਨੇ ਸਹੀ ਕਰੇ ਸੀ, ਪਰ ਆਪਣੇ ਲੋਕਾਂ ਨੂੰ ਥੋੜ੍ਹੇ ਜਿਹੇ ਇਹਨਾਂ ਦੇ ਕੰਮ ਪਸੰਦ ਨਹੀਂ ਆਏ। ਅੰਗਰੇਜ਼ ਸਰਕਾਰ ਨੇ ਮੰਦਰ ਅਤੇ ਮਸਜਿਦ ਉੱਪਰ ਕਰ ਲਗਾਉਣਾ ਸ਼ੁਰੂ ਕਰ ਦਿੱਤਾ। ਮੰਦਰ ਮਸਜਿਦ ਆਪਣੇ ਚੜ੍ਹਾਵੇ ਵਿੱਚੋਂ 10 ਤੋਂ 15% ਤੱਕ ਕਰ ਦਿੰਦੇ ਸਨ। ਪੰਜਵਾਂ ਪੁਆਇੰਟ ਅੰਗਰੇਜ਼ ਸਰਕਾਰ ਇੱਕ ਧਰਮ ਅਪਾਹਜਤਾ ਕਾਨੂੰਨ 1856 ਰਿਲੀਜੀਅਸ ਡਿਸੈਬਿਲਿਟੀ ਐਕਟ 1856 ਲੈ ਕੇ, ਜਿਸ ਵਿੱਚ ਜੇਕਰ ਹਿੰਦੂ ਆਪਣਾ ਧਰਮ ਬਦਲ ਲੈਂਦਾ ਹੈ ਤਾਂ ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਹਦੇ ਜਾਇਦਾਦ ਦਾ ਹੱਕਦਾਰ ਬਣ ਸਕਦਾ ਹੈ। ਭਾਰਤ ਅਤੇ ਬਾਹਰਲੀ ਜੰਗਾਂ ਦਾ ਪ੍ਰਭਾਵ 1857 ਈਸਵੀ ਦੀਆਂ ਜੰਗਾਂ ਵਿੱਚ ਅੰਗਰੇਜ਼ਾਂ ਦਾ ਕਾਫੀ ਨੁਕਸਾਨ ਹੋਇਆ, ਜਿਵੇਂ ਕਿ ਅਫਗਾਨ ਜੰਗ 1838-1842 ਤੱਕ, ਪੰਜਾਬ ਜੰਗ 1845 ਤੋਂ 1849 ਤੱਕ, ਕਰੀਮੀਅਨ ਜੰਗ 1854 ਤੋਂ 1856 ਤੱਕ, ਸਿਥਲ ਵਿਰੋਧ 1855 ਤੋਂ 1857 ਤੱਕ। ਇਹਨਾਂ ਜੰਗਾਂ ਨੇ ਭਾਰਤ ਦੀ ਮਾਨਸਿਕਤਾ ਨੂੰ ਮਜ਼ਬੂਤ ਕੀਤਾ। ਸਿਪਾਹੀਆਂ ਦੀ ਆਤੁਸ਼ਟੀ ਅੰਗਰੇਜ਼ੀ ਫੌਜ ਦੀ ਰੈਣੀ ਬੈਣੀ ਅਤੇ ਉਹਨਾਂ ਵੱਲੋਂ ਲਾਗੂ ਕੀਤੇ ਗਏ ਭਾਰਤੀ ਫੌਜੀਆਂ ਦੇ ਕਾਨੂੰਨ ਭਾਰਤੀ ਫੌਜੀਆਂ ਦੀਆਂ ਧਾਰਮਿਕ ਰਵਾਇਤਾਂ ਨਾਲ ਟਕਰਾਅ ਕਰਦੇ ਸਨ, ਜਿਸ ਕਰਕੇ ਇਹਨਾਂ ਦੀ ਕਾਫੀ ਆਤੁਸ਼ਟੀ ਬਣ ਗਈ। ਨੰਬਰ 1 ਭਾਰਤ ਸਿਪਾਹੀਆਂ ਨੂੰ ਧਾਰਮਿਕ ਚਿੰਨ੍ਹ ਲਗਾਉਣ ਅਤੇ ਪਾਉਣ ਤੋਂ ਮਨਾਹੀ ਸੀ। ਈਸਾਈ ਪਾਦਰੀਆਂ ਵੱਲੋਂ ਉਹਨਾਂ ਸਮੇਂ ਹਿੰਦੂ ਅਤੇ ਮੁਸਲਮਾਨ ਧਰਮ ਪਰਿਵਰਤਨ ਕੀਤਾ ਜਾ ਰਿਹਾ ਸੀ। ਨੰਬਰ 1 ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, 1856 ਦੇ ਵਿੱਚ ਲਾਰਡ ਕੈਨਿੰਗ ਨੇ ਇੱਕ ਕਾਨੂੰਨ ਬਣਾ ਕੇ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਬੰਗਾਲ ਫੌਜ ਵਿੱਚ ਨਵੀਂ ਭਰਤੀ ਇਹ ਲਿਖ ਕੇ ਦੇਵੇਗੀ ਕਿ ਉਹ ਕਿਤੇ ਵੀ ਅੰਗਰੇਜ਼ ਸਰਕਾਰ ਦੇ ਕਹੇ 'ਤੇ ਆਪਣੀ ਸੇਵਾ ਨਿਭਾਉਣਗੇ। ਇਹ ਕਾਨੂੰਨ ਹਿੰਦੂਆਂ ਦੇ ਅੜਿੱਕੇ ਆਉਂਦਾ ਸੀ, ਕਿਉਂਕਿ ਹਿੰਦੂਆਂ ਨੂੰ ਸਮੁੰਦਰੋਂ ਪਾਰ ਜਾਣ ਦੀ ਮਨਾਹੀ ਸੀ। ਭਾਰਤੀਆਂ ਫੌਜਾਂ ਨੂੰ ਅੰਗਰੇਜ਼ ਫੌਜਾਂ ਦੇ ਮੁਕਾਬਲੇ ਬਹੁਤ ਘੱਟ ਤਨਖਾਹ ਮਿਲਦੀ ਸੀ। ਭਾਰਤੀ ਫੌਜੀਆਂ ਨੂੰ ਸਿੰਧ ਅਤੇ ਪੰਜਾਬ ਵਿੱਚ ਨੌਕਰੀ ਕਰਨ 'ਤੇ ਕੋਈ ਵਿਸ਼ੇਸ਼ ਭੱਤਾ ਨਹੀਂ ਮਿਲਦਾ ਸੀ। ਅਵਧ 'ਤੇ ਕਬਜ਼ਾ ਕਰਨ ਨਾਲ ਭਾਰਤੀ ਸਿਪਾਹੀਆਂ ਨੂੰ ਕਾਫੀ ਧੱਕਾ ਲੱਗਿਆ, ਕਿਉਂਕਿ ਅਵਧ ਤੋਂ ਕਾਫੀ ਜ਼ਿਆਦਾ ਭਰਤੀ ਹੁੰਦੀ ਸੀ। ਭਾਰਤੀ ਸਿਪਾਹੀ ਨੂੰ ਹਰ ਕਦਮ 'ਤੇ ਵਿਤਕਰਾ ਮਹਿਸੂਸ ਹੁੰਦਾ ਸੀ ਅਤੇ ਉਹਨਾਂ ਨੂੰ ਤਰੱਕੀ ਨਹੀਂ ਦਿੱਤੀ ਜਾਂਦੀ ਸੀ, ਨਾ ਹੀ ਕੋਈ ਵਿਸ਼ੇਸ਼ ਅਧਿਕਾਰ। ਇਹਨਾਂ ਗੱਲਾਂ ਤੋਂ ਇਹ ਸਿੱਧ ਹੁੰਦਾ ਸੀ ਕਿ ਅੰਤੁਸ਼ਟੀ ਫੌਜ ਮਾਮਲਿਆਂ ਤੋਂ ਇਲਾਵਾ ਅੰਗਰੇਜ਼ ਸਰਕਾਰ ਦੇ ਖਿਲਾਫ ਸੀ। ਸਿਪਾਹੀ ਨੂੰ ਉਸ ਸਮੇਂ ਵਰਦੀ ਵਿੱਚ ਕਿਸਾਨ ਵੀ ਕਿਹਾ ਜਾਂਦਾ ਸੀ। ਠੀਕ ਹੈ ਜੀ। ਇਹ ਤੋਂ ਬਾਅਦ ਜਿਹੜੀ ਮੇਨ ਚੀਜ਼ 1857 ਦਾ ਵਿਦਰੋਹ ਦਾ ਕਾਰਨ ਕੀ ਸੀ। ਆਟੇ ਵਿੱਚ ਹੱਡੀਆਂ ਦਾ ਚੂਰਾ ਮਿਲਾਉਣ ਵਾਲੇ ਸਿਪਾਹੀਆਂ ਵਿੱਚ ਕਾਫੀ ਰੋਸ ਪੈਦਾ ਹੋ ਗਿਆ।
ਐਨਫੀਲਡ ਰਾਈਫਲ ਜਿਸ ਦਾ ਕਾਰਤੂਸ ਗਾਂ ਅਤੇ ਸੂਰ ਦੇ ਮਾਸ ਦਾ ਬਣਿਆ ਹੋਇਆ ਸੀ, ਉਸ ਨੂੰ ਬੰਦੂਕ ਵਿੱਚ ਪਾਉਣ ਤੋਂ ਪਹਿਲਾਂ ਦੰਦਾਂ ਨਾਲ ਤੋੜਨਾ ਪੈਂਦਾ। ਸਭ ਤੋਂ ਮੇਨ ਕਾਰਨ ਦੇਖੋ, ਆਹ ਕਾਰਤੂਸ ਸੀ, ਠੀਕ ਹੈ ਨਾ। ਇਹਦੇ ਅੱਗੇ ਨਾ ਇੱਕ ਪਿੰਨ ਜਿਹਾ ਲੱਗਿਆ ਹੁੰਦਾ ਸੀ, ਉਹ ਪਿੰਨ ਨਾਲ ਆਪਾਂ ਨੂੰ ਮੂੰਹ ਨਾਲ ਕੱਢਣਾ ਪੈਂਦਾ ਸੀ, ਮੂੰਹ ਨਾਲ ਕੱਢ ਕੇ ਪਿੰਨ ਨੂੰ ਸਿੱਟ ਦਿੱਤਾ ਜਾਂਦਾ ਸੀ, ਠੀਕ ਹੈ। ਉਹ ਜਿਹੜਾ ਕਾਰਤੂਸ ਸੀ ਉਹ ਬਣੇ ਹੁੰਦੇ ਸੀ ਗਾਂ ਦੇ ਮਾਸ ਦੇ। ਹਿੰਦੂ ਅਤੇ ਮੁਸਲਿਮ ਇਸ ਕਾਰਤੂਸ ਕਰਕੇ ਆਪਣੇ ਧਰਮ ਦੇ ਵਿੱਚ ਦਖਲਅੰਦਾਜ਼ੀ ਮੰਨਦੇ ਸਨ। ਫੌਜ ਪ੍ਰਸ਼ਾਸਨ ਨੇ ਇਹਨਾਂ ਦਾ ਡਰ ਘਟਾਉਣ ਲਈ ਕੋਈ ਕਦਮ ਨਾ ਚੁੱਕਿਆ। ਪਰ ਜੇ ਆਪਾਂ ਬਹੁਤ ਧਿਆਨ ਨਾਲ ਦੇਖੀਏ ਤਾਂ ਇਸ ਕਾਰਤੂਸ ਨੇ ਕੋਈ ਵੀ ਨਵੀਂ ਮੁਸ਼ਕਲ ਖੜੀ ਨਹੀਂ ਕੀਤੀ, ਬਲਕਿ ਪੁਰਾਣੀਆਂ ਮੁਸ਼ਕਲਾਂ ਵਿੱਚ ਤੇਲ ਪਾਉਣ ਵਾਲੀ ਗੱਲ ਕੀਤੀ ਹੈ। 24 ਅਪ੍ਰੈਲ 1857 ਈਸਵੀ ਵਿੱਚ ਤੀਜੀ ਨੇਟਿਵ ਕਵੇਲਰੀ ਦੇ 90 ਸਿਪਾਹੀਆਂ ਨੇ ਇਸ ਕਾਰਤੂਸ ਦੀ ਵਰਤੋਂ ਕਰਨ ਤੋਂ ਮਨਾ ਕਰ ਦਿੱਤਾ ਅਤੇ 9 ਮਈ 1857 ਨੂੰ ਇਹਨਾਂ ਸਿਪਾਹੀਆਂ ਵਿੱਚੋਂ 85 ਸਿਪਾਹੀਆਂ ਨੂੰ ਬਰਖਾਸਤ ਕਰ ਦਿੱਤਾ ਅਤੇ 10 ਸਾਲ ਦੀ ਕੈਦ ਕਰ ਦਿੱਤੀ ਗਈ। ਇਸ ਘਟਨਾ ਨੇ ਮੇਰਠ ਵਿੱਚ ਵਿਦਰੋਹ ਦਾ ਜਨਮ ਲਿਆ। 10 ਮਈ 1856 ਨੂੰ ਦੂਜੇ ਫੌਜੀਆਂ ਨੇ ਕੈਦ ਕੀਤੇ ਫੌਜੀਆਂ ਨੂੰ ਛੁਡਵਾਇਆ ਅਤੇ ਆਪਣੇ ਕੁਝ ਅਫਸਰਾਂ ਨੂੰ ਮਾਰ ਦਿੱਤਾ। ਮੇਰਠ ਦੇ ਵਿਦਰੋਹ ਤੋਂ ਬਾਅਦ ਪਹਿਲਾਂ ਵੀ ਕੁਝ ਥਾਵਾਂ 'ਤੇ ਵਿਦਰੋਹ ਹੋਇਆ, ਜਿਵੇਂ ਕਿ ਬੈਰਮਪੁਰ, ਬੈਰਕਪੁਰ ਆਦਿ। ਫਰਵਰੀ 1857 ਵਿੱਚ 19ਵੀਂ ਨੇਟਿਵ ਇੰਡਸਟਰੀ ਨੇ ਵੀ ਇਸ ਕਾਰਤੂਸ ਦੀ ਵਰਤੋਂ ਕਰਨ ਤੋਂ ਮਨਾਹੀ ਕਰ ਦਿੱਤੀ ਸੀ। ਮਾਰਚ 1857 ਵਿੱਚ ਇਹਨਾਂ ਦੀ ਰੈਜੀਮੈਂਟ ਨੂੰ ਬਰਖਾਸਤ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਬੈਰਕਪੁਰ ਛਾਉਣੀ ਵਿੱਚ 34ਵੀਂ ਨੇਟਿਵ ਇਨਫੈਂਟਰੀ ਦੇ ਸਿਪਾਹੀ ਮੰਗਲ ਪਾਂਡੇ ਨੇ ਆਪਣੇ ਮੇਜਰ 'ਤੇ ਹਮਲਾ ਕਰ ਦਿੱਤਾ। ਅੰਗਰੇਜ਼ ਫੌਜ ਨੇ ਮਈ ਵਿੱਚ ਮੰਗਲ ਪਾਂਡੇ ਵਾਲੀ 7ਵੀਂ ਰੈਜੀਮੈਂਟ ਨੂੰ ਬਰਖਾਸਤ ਕਰ ਦਿੱਤਾ ਗਿਆ ਅਤੇ 6 ਅਪ੍ਰੈਲ ਨੂੰ ਮੰਗਲ ਪਾਂਡੇ ਨੂੰ ਫਾਂਸੀ ਦੇ ਦਿੱਤੀ ਗਈ। ਠੀਕ ਹੈ ਜੀ, ਇੱਕ ਤਾਂ ਮੰਗਲ ਪਾਂਡੇ ਦੀ ਫਾਂਸੀ ਯਾਦ ਰੱਖਣੀ ਹੈ 6 ਅਪ੍ਰੈਲ ਨੂੰ। ਵਿਦਰੋਹ ਪੰਜਾਬ ਤੋਂ ਲੈ ਕੇ ਨਰਮਦਾ ਨਦੀ ਤੱਕ ਅਤੇ ਬਿਹਾਰ ਤੋਂ ਲੈ ਕੇ ਰਾਜਪੂਤਾਂ ਤੱਕ ਫੈਲ ਗਿਆ। ਮੇਰਠ ਦੇ ਵਿਦਰੋਹ ਤੋਂ ਬਾਅਦ ਸਾਰੇ ਫੌਜੀ ਦਿੱਲੀ ਵੱਲ ਕੂਚ ਨੂੰ ਚੱਲ ਪਏ। ਦਿੱਲੀ ਵਿੱਚ ਵੀ ਭਾਰਤੀ ਫੌਜ ਨੇ ਮੇਰਠ ਵਿੱਚ ਆਏ ਫੌਜਾਂ ਦੀ ਮਦਦ ਕੀਤੀ ਅਤੇ ਉਹਨਾਂ ਨੇ ਆਪਣੇ ਯੂਰਪੀਅਨ ਅਫਸਰ ਸਾਈਮਨ ਫਰੇਜ਼ਰ ਦੀ ਹੱਤਿਆ ਕਰ ਦਿੱਤੀ। ਦਿੱਲੀ ਨੂੰ ਘੇਰਾ ਪਾ ਲਿਆ। ਲੈਫਟੀਨੈਂਟ ਬਿਲਗਵਾਈ, ਜਿਹੜਾ ਕਿ ਉਸ ਸਮੇਂ ਦਿੱਲੀ ਵਿੱਚ ਤਾਇਨਾਤ ਸੀ, ਨੇ ਭਾਰਤੀ ਫੌਜ ਦਾ ਵਿਰੋਧ ਕੀਤਾ, ਪਰ ਉਹ ਅਸਫਲ ਰਿਹਾ। ਬਹਾਦਰ ਸ਼ਾਹ ਜ਼ਾਫਰ ਨੂੰ ਸਮਰਾਟ ਐਲਾਨ ਕਰ ਦਿੱਤਾ ਗਿਆ। ਦਿੱਲੀ ਵਿੱਚ ਇੱਕ ਮਹਾਨ ਵਿਦਰੋਹ ਦਾ ਕੇਂਦਰ ਬਣ ਗਿਆ। ਬਹਾਦਰ ਸ਼ਾਹ ਉਸ ਕੇਂਦਰ ਦਾ ਚਿੰਨ੍ਹ ਬਣ ਗਿਆ। ਇਸ ਤੋਂ ਬਾਅਦ ਗੱਲ ਸਿੱਧ ਹੋ ਚੁੱਕੀ ਹੈ ਕਿ ਮੁਗਲ ਰਾਜ ਇੱਕ ਸਿਆਸੀ ਏਕਤਾ ਦੀ ਰਪੀਦੀ ਦੇ ਚਿੰਨ੍ਹ ਬਣ ਗਿਆ। ਦੇਖੋ ਜੀ, ਜਿਹੜੀਆਂ ਆਹ ਪੁਆਇੰਟ ਆ ਇਹ ਆਪਣੇ ਵਾਸਤੇ ਇੰਪੋਰਟੈਂਟ ਹੈ ਨਹੀਂ, ਜਿਹੜੀਆਂ ਚੀਜ਼ਾਂ ਦੂਜਾ ਕੇ ਇੰਪੋਰਟੈਂਟ ਆਉਣਗੀਆਂ ਉਸ ਨੂੰ ਮੈਂ ਦੱਸ ਦਿੰਦਾ। ਸਭ ਤੋਂ ਇੰਪੋਰਟੈਂਟ ਦੇਖੋ, ਜਿਹੜਾ ਹੁਣ ਆਪਣੇ ਯਾਦ ਕਰਨ ਵਾਲੀ ਚੀਜ਼ ਹੈਗੀ ਉਹ ਕੀ ਹੈ। ਦੇਖੋ 1857 ਈਸਵੀ ਦੇ ਵਿਦਰੋਹ ਦੇ ਮੁੱਖ ਕਾਰਨ ਅਤੇ ਮੁੱਖ ਲੀਡਰ, ਇਹ ਪੁਆਇੰਟ ਸਭ ਤੋਂ ਮੇਨ ਮੰਨੇ ਜਾਣਗੇ। ਇਸ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਵੀ ਤੁਹਾਨੂੰ ਕਰਵਾਈਆਂ ਗਈਆਂ ਉਹਦਾ ਮਤਲਬ ਸਿਰਫ ਇੱਕ ਵਾਰੀ ਤੁਹਾਨੂੰ ਜਾਣੂ ਕਰਵਾਉਣਾ ਸੀ ਕਿ ਕਿਹੜੇ ਕਿਹੜੇ ਰਾਜਨੀਤਿਕ ਸੀ, ਕਿਹੜੇ ਕਿਹੜੇ ਦੂਸਰੇ ਕਾਰਨ ਸੀ। ਦੇਖੋ ਹੁਣ ਅਸਲੀ ਲੈਕਚਰ ਆਪਣਾ ਸ਼ੁਰੂ ਹੋਊਗਾ ਇੱਥੋਂ। ਦੇਖੋ ਜੀ, ਦਿੱਲੀ ਵਿੱਚ ਤੁਸੀਂ ਸਿਰਫ ਕੀ ਯਾਦ ਰੱਖਣੀ ਹੈ ਕਿ ਦਿੱਲੀ ਦੇ ਵਿੱਚ ਜਿਹੜਾ 1857 ਈਸਵੀ ਦਾ ਵਿਦਰੋਹ ਸੀ ਇਹਨੂੰ ਕੌਣ ਲੀਡ ਕਰ ਰਿਹਾ ਸੀ। ਠੀਕ ਹੈ ਜੀ, ਇਹਨੂੰ ਲੀਡ ਕਰ ਰਿਹਾ ਸੀ ਆਪਣਾ ਬਖਤ ਖਾਨ। ਬਸ ਇਹੀ ਪ੍ਰਸ਼ਨ ਪੁੱਛਿਆ ਜਾਊਗਾ। ਦਿੱਲੀ ਦੇ ਵਿੱਚ ਬਹਾਦਰ ਸ਼ਾਹ ਜ਼ਾਫਰ ਵੀ ਸੀ, ਪਰ ਇਹਨੂੰ ਜਿਹੜਾ ਲੀਡ ਕਰ ਰਿਹਾ ਸੀ ਜਨਰਲ ਬਖਤ ਖਾਨ ਫੌਜ ਨੂੰ ਦਿੱਲੀ ਲੈ ਕੇ ਆਇਆ। ਇਸ ਕਰਕੇ ਬਹਾਦਰ ਸ਼ਾਹ ਲਈ ਇੱਕ ਅਦਾਲਤ ਵੀ ਸਥਾਪਿਤ ਕੀਤੀ ਗਈ। ਇਸ ਅਦਾਲਤ ਵਿੱਚ 10 ਮੈਂਬਰ ਸਨ, 6 ਮੈਂਬਰ ਫੌਜ ਵਿੱਚੋਂ, 4 ਮੈਂਬਰ ਸਿਵਲ ਵਿਭਾਗ ਵਿੱਚੋਂ ਸਨ। ਇੰਨਾ ਕੁਛ ਜਾਣਕਾਰੀ ਲੋੜ ਨਹੀਂ, ਸਿਰਫ ਤੁਸੀਂ ਇਹ ਗੱਲ ਯਾਦ ਰੱਖ ਲਓ ਕਿ ਬਖਤ ਖਾਨ ਨੇ ਇਹਨੂੰ ਲੀਡ ਕਰ ਰਿਹਾ ਸੀ। ਕਾਨਪੁਰ ਦੇ ਵਿੱਚ ਇਹਨੂੰ ਕੌਣ ਲੀਡ ਕਰ ਰਿਹਾ ਸੀ। ਬਸ ਇਹਦੇ 'ਚ ਵੀ ਇੱਕ ਚੀਜ਼ ਗੱਲ ਯਾਦ ਰੱਖਣੀ ਹੈ, ਕਾਨਪੁਰ ਦੇ ਵਿੱਚ ਇਹਨੂੰ ਕੌਣ ਕਰ ਰਿਹਾ ਸੀ, ਨਾਨਾ ਸਾਹਿਬ। ਨਾਨਾ ਸਾਹਿਬ ਨੂੰ ਅੰਗਰੇਜ਼ ਸਰਕਾਰ ਨੇ ਪੇਸ਼ਵਾ ਸ਼ਬਦ ਦੀ ਵਰਤੋਂ ਵੀ ਕੀਤੀ ਗਈ। ਵੀ ਪੁੱਛਣਾ ਨਹੀਂ, ਪੇਸ਼ਵਾ ਸ਼ਬਦ ਦੀ ਵਰਤੋਂ ਕਰਨ ਤੋਂ ਅੰਗਰੇਜ਼ ਸਰਕਾਰ ਨੇ ਪੇਸ਼ਵਾ ਸ਼ਬਦ ਦੀ ਵਰਤੋਂ ਕਰਨ ਤੋਂ ਮਨਾ ਕਰ ਦਿੱਤਾ। ਇਸ ਨੂੰ ਪੂਨੇ ਦੀ ਸਿਆਸਤ ਤੋਂ ਬਰਖਾਸਤ ਕਰ ਦਿੱਤਾ ਗਿਆ। ਠੀਕ ਹੈ, ਨਾਨਾ ਸਾਹਿਬ ਕਾਨਪੁਰ ਤੋਂ ਲੀਡ ਕਰ ਰਹੇ ਸੀ। ਬਸ ਇੱਥੋਂ ਇਹੀ ਚੀਜ਼ ਸਮਝ ਲਿਓ। ਇਹ ਤੋਂ ਬਾਅਦ ਲਖਨਊ ਦੇ ਵਿੱਚ ਕੌਣ ਲੀਡ ਕਰ ਰਿਹਾ ਸੀ, ਸਿਰਫ ਉਨੀ ਚੀਜ਼ ਯਾਦ ਕਰ ਲਓ ਜਿਹੜੀ ਪੇਪਰ ਦੇ ਵਿੱਚ ਆਉਣੀ ਹੈ, ਹਜ਼ਰਤ ਮਹਿਲ। ਠੀਕ ਹੈ ਜੀ, ਹਜ਼ਰਤ ਮਹਿਲ ਲੀਡ ਕਰ ਰਹੀ ਸੀ। ਬਾਕੀ ਜੇ ਤੁਸੀਂ ਪੜ੍ਹਨਾ ਹੋਵੇ ਤਾਂ ਪੜ੍ਹ ਸਕਦੇ ਹੋਗੇ, ਪਰ ਜਿਹੜੀ ਮੇਨ ਚੀਜ਼ ਆ ਉਹ ਇਹੀ ਹੈਗੀ। ਇਹ ਤੋਂ ਬਾਅਦ ਬਰੇਲੀ ਤੋਂ ਕੌਣ ਲੀਡ ਕਰ ਰਿਹਾ ਸੀ, ਇਹ ਸਭ ਤੋਂ ਮੇਨ ਚੀਜ਼ ਹੈ। ਰੁਹੇਲਖੰਡ ਦੇ ਹਾਕਮ ਦੇ ਵੰਸ਼ ਵਿੱਚੋਂ ਖਾਨ ਬਹਾਦਰ। ਠੀਕ ਹੈ ਜੀ, ਕੌਣ ਲੀਡ ਕਰ ਰਿਹਾ ਸੀ, ਖਾਨ ਬਹਾਦਰ ਬਰੇਲੀ ਦੇ ਵਿੱਚੋਂ ਕਰ ਰਿਹਾ ਸੀ। ਇਹ ਤੋਂ ਬਾਅਦ ਬਿਹਾਰ ਦੇ ਵਿੱਚ ਕੌਣ ਲੀਡ ਕਰ ਰਿਹਾ, ਬਿਹਾਰ ਦੇ ਵਿੱਚੋਂ ਕਰ ਰਿਹਾ ਸੀ ਕੁੰਵਰ ਸਿੰਘ। ਤੁਸੀਂ ਰੋਕ ਕੇ ਦੇਖ ਸਕਦੇ ਹੋ ਵੀਡੀਓ, ਪਰ ਜਿਹੜੀ ਮੇਨ ਚੀਜ਼ ਹੈ ਉਹ ਤੁਹਾਨੂੰ ਮੈਂ ਦੱਸਤੀ। ਫੈਜ਼ਾਬਾਦ ਦੇ ਵਿੱਚੋਂ ਕੌਣ ਲੀਡ ਕਰ ਰਿਹਾ ਸੀ, ਮੌਲਵੀ ਅਹਿਮਦ। ਝਾਂਸੀ ਦੇ ਵਿੱਚੋਂ ਕੌਣ ਲੀਡ ਕਰ ਰਿਹਾ ਸੀ, ਝਾਂਸੀ ਦੇ ਵਿੱਚੋਂ ਕਰ ਰਿਹਾ ਸੀ ਰਾਣੀ ਲਕਸ਼ਮੀ ਬਾਈ। ਠੀਕ ਹੈ ਜੀ, ਰਾਣੀ ਝਾਂਸੀ ਦੀ ਰਾਣੀ ਗੰਗਾਧਰ ਰਾਓ ਦੇ ਇੱਕ ਪੁੱਤਰ ਨੂੰ ਗੋਦ ਲਿਆ ਸੀ। ਲਾਰਡ ਡਲਹੌਜ਼ੀ ਨੇ ਡਾਕਟਾਈਨ ਆਫ ਲੈਪਸ ਦੀ ਨੀਤੀ ਬਣਾਈ, ਜਿਸ ਦੇ ਅਧੀਨ ਇਸ ਪੁੱਤਰ ਨੂੰ ਗੱਦੀ ਦਾ ਵਾਰਸ ਨਹੀਂ ਮੰਨਿਆ ਜਾਂਦਾ ਸੀ। ਇਸ ਸਿੰਘਾਸਨ ਉੱਪਰ ਨਾ ਬੈਠ ਸਕਿਆ। ਰਾਜ ਗੰਗਾਧਰ ਰਾਓ ਦੀ ਪਤਨੀ ਰਾਣੀ ਲਕਸ਼ਮੀ ਬਾਈ ਨੇ ਇਸ ਗੱਲ 'ਤੇ ਰੋਸ ਕੀਤਾ। ਠੀਕ ਹੈ, ਅਤੇ ਸਰਕਾਰ ਦਾ ਵਿਰੋਧ ਕੀਤਾ। ਇਹ ਤੁਸੀਂ ਰੋਕ ਕੇ ਦੇਖ ਲਿਓ ਵੀਡੀਓ, ਪਰ ਮੇਨ ਚੀਜ਼ ਜਿਹੜੀ ਤੁਹਾਨੂੰ ਦੱਸੀ ਆ ਉਹ ਇਹੀ ਹੈਗੀ। ਬਸ ਤੁਸੀਂ ਅੱਜ ਦੀ ਵੀਡੀਓ ਤੱਕ ਆਪਾਂ ਇੰਨੀ ਕਰਾਂਗੇ, ਕੱਲ੍ਹ ਨੂੰ ਮੈਂ ਤੁਹਾਨੂੰ ਅੱਗੇ ਕਰਵਾ ਦੂੰਗਾ। ਠੀਕ ਹੈ ਜੀ, ਧੰਨਵਾਦ।